ਸਤਿਕਾਰਯੋਗ ਮਾਨਯੋਗ ਗੁਰੂ ਰੂਪ ਭਗਵਾਨ ਵਾਲਮੀਕ ਜੀ ਦੇ ਪਿਆਰਿਓ, ਸ੍ਰੀ ਵਾਲਮੀਕ ਭਗਵਾਨ ਦੇ ਪ੍ਰਗਟ ਦਿਵਸ ਤੇ ਵਿਸ਼ੇਸ਼ ਲੇਖ। ਅੱਜ ਦਿਨ ਮੰਗਲਵਾਰ 26 ਅਕਤੂਬਰ 2021, ਪੰਜਵੀਂ ਕਿਸ਼ਤ। ਇਸ ਪੰਜਵੀਂ ਕਿਸ਼ਤ ਵਿੱਚ ਪਾਂਡਵਾਂ ਦੇ ਜੱਗ ਦਾ ਪ੍ਰਸੰਗ ਵਰਣਨ ਕੀਤਾ ਜਾਵੇਗਾ। ਪ੍ਰਸ਼ਨ: ਪਾਂਡਵਾਂ ਨੂੰ ਜੱਗ ਕਰਾਉਣ ਦੀ ਕਿਉਂ ਲੋੜ ਪਈ ਅਤੇ ਭਗਵਾਨ ਵਾਲਮੀਕ ਜੀ ਨੇ ਕੈਸੇ ਸੰਪੂਰਨ ਕੀਤਾ? ਉੱਤਰ: ਮਹਾਭਾਰਤ ਗ੍ਰੰਥ ਦੇ ਵਿੱਚੋਂ ਧੰਨਵਾਦ ਸਹਿਤ ਪ੍ਰਾਪਤ ਕੀਤਾ। ਸ੍ਰੀ ਸ਼ਾਂਤਨੂ ਮਹਾਰਾਜਾ ਅਤੇ ਭੀਸ਼ਮ। ਸ੍ਰੀ ਸ਼ਾਂਤਨੂ ਮਹਾਰਾਜਾ ਦਾ ਵਿਆਹ ਗੰਗਾ ਨਾਲ ਹੋਇਆ। ਇੱਕ ਇੱਕ ਕਰਕੇ ਮਹਾਰਾਣੀ ਗੰਗਾ ਨੇ 7 ਪੁੱਤਰ ਗੰਗਾ ਨਦੀ ਵਿੱਚ ਜਿੰਦਾ ਰੋੜ ਦਿੱਤੇ। 8ਵਾਂ ਮਹਾਰਾਜਾ ਸ਼ਾਂਤਨੂ ਨੇ ਬਚਾ ਲਿਆ ਤੇ ਨਾਮ ਦੇਵ ਬ੍ਰਤ ਰੱਖਿਆ। ਦੇਵ ਬ੍ਰਤ ਨੇ ਅਤਿਅੰਤ ਕਠਨ ਕਸਮ ਖਾਧੀ। ਇਸੇ ਕਸਮ ਕਾਰਨ ਇਹ ਭੀਸ਼ਮ ਦੇ ਨਾਮ ਨਾਲ ਮਸ਼ਹੂਰ ਹੋਇਆ। ਕਸਮ ਖਾਣ ਦੀ ਕਿਉਂ ਲੋੜ ਪਈ? ਸਰਵਣ ਕਰੋ। ਨਿਸ਼ਾਦ ਝੀਵਰ ਮਲਾਹ ਦੀ ਪੁੱਤਰੀ ਸਤਿਆਵਤੀ ਜਮਨਾ ਨਦੀ ਤੇ ਬੇੜੀ ਚਲਾਉਣ ਦਾ ਕੰਮ ਕਰਦੀ ਸੀ। ਨਦੀ ਪਾਰ ਹੁੰਦਿਆਂ ਪ੍ਰਾਸ਼ਰੀਕ ਹੀ ਇਸ ਦੀ ਸੁੰਦਰਤਾ ਤੇ ਮੋਹਿਤ ਹੋ ਗਿਆ। ਇਸ ਨਾਲ ਕਾਮ ਪੂਰਤੀ ਕੀਤੀ। ਸਮੇਂ ਅਨੁਸਾਰ ਬੱਚੇ ਦਾ ਜਨਮ ਹੋਇਆ। ਨਾਮ ਕ੍ਰਿਸ਼ਨ ਦਵੈਪਾਇਨ ਰੱਖਿਆ। ਕ੍ਰਿਸ਼ਨ ਦਵੈਪਾਇਨ ਹੀ ਵੇਦਾਂ ਦੇ ਵਿਦਾਂਤ ਕਾਰਨ ਵੇਦ ਵਿਆਸ ਨਾਮ ਨਾਲ ਮਸ਼ਹੂਰ ਹੋਇਆ। ਇਸ ਪਿੱਛੋਂ ਸਤਿਆਵਤੀ ਦੀ ਸੁੰਦਰਤਾ ਤੇ ਭੀਸ਼ਮ ਦੇਵ ਬ੍ਰਤ ਦਾ ਪਿਤਾ ਮਹਾਰਾਜਾ ਸ਼ਾਂਤਨੂ ਮੋਹਿਤ ਹੋ ਗਿਆ। ਇਸ ਦੇ ਪਿਤਾ ਅੱਗੇ ਵਿਆਹ ਦੀ ਪੇਸ਼ਕਸ਼ ਕੀਤੀ ਤਾਂ ਸਤਿਆਵਤੀ ਦੇ ਪਿਤਾ ਨੇ ਕਿਹਾ, ਜੇ ਮੇਰਾ ਦੋਹਤਾ ਰਾਜ ਦਾ ਵਾਰਸ ਹੋਵੇ ਤਾਂ ਵਿਆਹ ਕਰਾਂਗਾ। ਉਸ ਸਮੇਂ ਭੀਸ਼ਮ ਰਾਜ ਦਾ ਵਾਰਸ ਬਣ ਚੁੱਕਾ ਸੀ। ਵਿਆਹ ਵਿੱਚ ਰੁਕਾਵਟ ਪੈ ਗਈ। ਜਦੋਂ ਇਸ ਗੱਲ ਦਾ ਭੀਸ਼ਮ ਨੂੰ ਪਤਾ ਲੱਗਾ ਤੇ ਇਸ ਨੇ ਪਿਤਾ ਕੋਲ ਜਾ ਕੇ ਕਿਹਾ, ਤੇਰਾ ਦੋਹਤਾ ਹੀ ਰਾਜ ਦਾ ਵਾਰਸ ਹੋਵੇਗਾ, ਤੂੰ ਆਪਣੀ ਪੁੱਤਰੀ ਮੇਰੇ ਪਿਤਾ ਨੂੰ ਦੇ ਦੇ। ਉਸ ਕਿਹਾ, ਕੀ ਸਬੂਤ ਕਿ ਤੂੰ ਆਪਣੀ ਸੰਤਾਨ ਨੂੰ ਰਾਜ ਦਾ ਵਾਰਸ ਨਹੀਂ ਬਣਾਏਗਾ? ਦੇਵਵ੍ਰਤ ਨੇ ਕਿਹਾ, ਇੱਥੇ ਮੈਂ ਕਠਨ ਭੀਸ਼ਮ ਪ੍ਰਤੱਗਿਆ ਕੀਤੀ ਹੈ। ਮੈਂ ਕਸਮ ਖਾਂਦਾ ਹਾਂ ਕਿ ਜਤੀ ਰਹਾਂਗਾ, ਵਿਆਹ ਨਹੀਂ ਕਰਾਵਾਂਗਾ, ਸੰਤਾਨ ਪੈਦਾ ਨਹੀਂ ਕਰਾਂਗਾ। ਇਸੇ ਭੀਸ਼ਮ ਕਠਨ ਕਸਮ ਕਾਰਨ ਦੇਵਵ੍ਰਤ ਭੀਸ਼ਮ ਨਾਮ ਨਾਲ ਮਸ਼ਹੂਰ ਹੋਇਆ। ਸਤਿਆਵਤੀ ਅਤੇ ਸ਼ਾਂਤਨੂ ਦਾ ਵਿਆਹ ਹੋ ਗਿਆ। ਚਿਤਰਾਗਦ ਅਤੇ ਵਿਚਿਤਰਵੀਰ 2 ਪੁੱਤਰ ਹੋਏ। ਤਾਂ ਸ਼ਾਂਤਨੂ ਦੇ ਮਰਨ ਪਿੱਛੋਂ ਭੀਸ਼ਮ ਨੇ ਚਿਤਰਾਗਦ ਨੂੰ ਰਾਜਗੱਦੀ 'ਤੇ ਬਿਠਾਇਆ। ਗੰਧਰਵਾਂ ਨਾਲ ਯੁੱਧ ਕਰਦਾ ਚਿਤਰਾਗਦ ਮਰ ਗਿਆ ਤਾਂ ਵਿਚਿਤਰਵੀਰ ਰਾਜਾ ਬਣਿਆ। ਕੌਰਵ ਅਤੇ ਪਾਂਡਵ ਕੈਸੇ ਬਣੇ? ਕਾਂਸ਼ੀ ਰਾਜ ਦੀਆਂ 3 ਕੰਨਿਆ ਅੰਬਾ, ਅੰਬਕਾ ਤੇ ਅੰਬਾਲਿਆ ਨੂੰ ਸਵੰਬਰ ਵਿੱਚੋਂ ਭੀਸ਼ਮ ਜੋਰਾਵਰੀ ਲੈ ਆਇਆ। ਅੰਬਾ ਨੇ ਕਿਹਾ, ਮੈਂ ਤਾਂ ਤਨੋ ਮਨੋ ਰਾਜਾ ਸਾਲਵ ਦੀ ਹੋਈ ਹਾਂ। ਉਸ ਨੂੰ ਰਾਜਾ ਸਾਲਵ ਵੱਲ ਭੇਜ ਕੇ 2 ਨੂੰ ਵਿਚਿਤਰਵੀਰ ਨਾਲ ਵਿਆਹ ਦਿੱਤਾ। ਵਿਚਿਤਰਵੀਰ ਕਸ਼ੀਣ ਰੋਗ ਨਾਲ ਨਿਰਸੰਤਾਨ ਮਰ ਗਿਆ। ਸਤਿਆਵਤੀ ਨੇ ਭੀਸ਼ਮ ਨੂੰ ਭਰਜਾਈਆਂ 'ਚੋਂ ਸੰਤਾਨ ਪੈਦਾ ਕਰਨ ਲਈ ਕਿਹਾ। ਜਤੀ ਰਹਿਣ ਦੀ ਪ੍ਰਤੱਗਿਆ ਕਾਰਨ ਉਹ ਨਾ ਮੰਨਿਆ। ਸਤਿਆਵਤੀ ਨੇ ਕੁਵਾਰਾਪਨ ਦੇ ਪੁੱਤਰ ਵੇਦ ਵਿਆਸ ਤੋਂ ਸੰਤਾਨ ਪੈਦਾ ਕਰਾਈ। ਵੱਡੀ ਦਾ ਪੁੱਤਰ ਧ੍ਰਿਤਰਾਸ਼ਟਰ ਅੰਧਾ ਪੈਦਾ ਹੋਇਆ। ਛੋਟੀ ਦਾ ਪੁੱਤਰ ਪਾਂਡੂ ਅਤੇ ਦਾਸੀ ਚੋਂ ਵਿਦਰਜੀ ਭਗਤ ਪੈਦਾ ਹੋਏ। ਵੱਡੀ ਦੇ ਪੁੱਤਰ ਧ੍ਰਿਤਰਾਸ਼ਟਰ ਅੰਧੇ ਦੀ ਸੰਤਾਨ ਨੂੰ ਕੌਰਵ ਅਤੇ ਪਾਂਡੂ ਦੀ ਸੰਤਾਨ ਨੂੰ ਪਾਂਡਵ ਕਿਹਾ ਜਾਂਦਾ ਹੈ। ਵਿਆਹ ਧ੍ਰਿਤਰਾਸ਼ਟਰ ਦਾ ਗੰਧਾਰ ਦੇਸ਼ ਦੀ ਪੁੱਤਰੀ ਗੰਧਾਰੀ ਨਾਲ, ਪਾਂਡੂ ਦਾ ਕੁੰਤੀ ਭੋਜ ਦੀ ਪੁੱਤਰੀ ਕੁੰਤੀ ਅਤੇ ਮਦਰ ਨਰੇਸ਼ ਦੀ ਪੁੱਤਰੀ ਮਾਦਰੀ ਨਾਲ ਹੋਇਆ। ਸੰਤਾਨ ਗੰਧਾਰੀ ਦਾ 100 ਪੁੱਤਰ ਅਤੇ 1 ਪੁੱਤਰੀ। ਵੱਡੇ ਪੁੱਤਰ ਦਾ ਨਾਮ ਦੁਰਯੋਧਨ ਅਤੇ ਪੁੱਤਰੀ ਦਾ ਨਾਮ ਦਿਸ਼ਾਲਾ ਰੱਖਿਆ। ਕੁੰਤੀ ਦੇ 3 ਪੁੱਤਰ, ਮਾਦਰੀ ਦੇ 2 ਪੁੱਤਰ ਹੋਏ। ਇਹੋ 5 ਪਾਂਡਵ ਕਹਿ ਜਾਂਦੇ ਹਨ। ਗੰਧਾਰੀ ਦੇ 100 ਪੁੱਤਰ ਕੌਰਵ ਕਹਿ ਜਾਂਦੇ ਹਨ। ਕੁੰਤੀ ਦਾ ਜਨਮ ਸਮੇਂ ਦਾ ਨਾਮ ਪਰਥਾ ਸੀ। ਇਹ ਮਹਾਰਾਜਾ ਸੂਰਸੈਨ ਦੀ ਪੁੱਤਰੀ, ਵਾਸੂਦੇਵ ਦੀ ਭੈਣ, ਸ੍ਰੀ ਕ੍ਰਿਸ਼ਨ ਜੀ ਦੀ ਭੂਆ ਸੀ। ਮਹਾਰਾਜਾ ਕੁੰਤੀ ਭੋਜ ਦੇ ਸੰਤਾਨ ਨਹੀਂ ਸੀ। ਸੂਰਸੈਨ
ਜੀ ਨੇ ਆਪਣੀ ਪੁੱਤਰੀ ਕੁੰਤੀ ਭੋਜ ਨੂੰ ਦੇ ਦਿੱਤੀ। ਕੁੰਤੀ ਭੋਜ ਨੇ ਇਸ ਦਾ ਪਾਲਣ ਪੋਸ਼ਣ ਕੀਤਾ। ਕੁੰਤੀ ਭੋਜ ਦੇ ਨਾਮ ਕਾਰਨ ਇਸ ਦਾ ਨਾਮ ਕੁੰਤੀ ਮਸ਼ਹੂਰ ਹੋਇਆ। ਪਿਤਾ ਵੱਲੋਂ ਆਏ ਸੰਤਾਂ ਦੀ ਸੇਵਾ ਇਸ ਦੇ ਜੁੰਮੇ ਸੀ। ਇਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਦੁਰਵਾਸਾ ਰਿਖੀ ਨੇ ਇਸ ਨੂੰ ਇੱਕ ਦੇਵ ਮੰਤਰ ਦਿੱਤਾ। ਇਸ ਮੰਤਰ ਨਾਲ ਜਿਸ ਦੇਵਤੇ ਨੂੰ ਚਾਹੇ ਕੋਲ ਸੱਦ ਕੇ ਮਨ ਇੱਛਤ ਵਰ ਪ੍ਰਾਪਤ ਕਰ ਸਕਦੀ ਹੈ। ਮੰਤਰ ਦੀ ਸਿੱਧਤਾ ਜਾਣਨ ਲਈ ਕੁੰਤੀ ਨੇ ਇੱਕ ਦਿਨ ਸੂਰਜ ਦੇਵ ਨੂੰ ਯਾਦ ਕੀਤਾ। ਸੂਰਜ ਮਨੁੱਖ ਰੂਪ ਧਾਰੀ ਹੋ ਕੇ ਇਸ ਕੋਲ ਆਇਆ। ਇਹ ਗਰਭਵਤੀ ਹੋ ਗਈ। ਸਮੇਂ ਅਨੁਸਾਰ ਇੱਕ ਬੱਚੇ ਦਾ ਜਨਮ ਹੋਇਆ। ਲੋਕ ਲੱਜਾ ਵਾਸਤੇ ਇਸ ਨੇ ਪਟਾਰੀ ਵਿੱਚ ਰੱਖ ਕੇ ਗੰਗਾ ਨਦੀ ਵਿੱਚ ਜਿੰਦਾ ਰੋੜ ਦਿੱਤਾ। ਅਧੀਰਥ ਕੌਰਵਾਂ ਦਾ ਸਾਰਥੀ ਘੋੜਿਆਂ ਨੂੰ ਪਾਣੀ ਪਿਲਾ ਰਿਹਾ ਸੀ। ਉਸ ਨੇ ਪਟਾਰੀ ਖੋਲੀ, ਵਿੱਚੋਂ ਬੱਚਾ ਮਿਲਿਆ। ਉਸ ਦੇ ਸੰਤਾਨ ਨਹੀਂ ਸੀ। ਉਸਨੇ ਆਪਣੀ ਪਤਨੀ ਰਾਧਾ ਨੂੰ ਦਿੱਤਾ ਤੇ ਉਸਨੇ ਪ੍ਰਸੰਨ ਹੋ ਕੇ ਇਸ ਦੀ ਪਾਲਣਾ ਕੀਤੀ। ਬੱਚੇ ਦੇ ਕੰਨ ਅਤੀ ਸੁੰਦਰ ਹੋਣ ਕਰਕੇ ਨਾਮਕਰਨ ਰੱਖਿਆ। ਅਧੀਰਥ ਸੂਤ ਜਾਤੀ ਦਾ ਹੋਣ ਕਰਕੇ ਬੱਚਾ ਸੂਤ ਪੁੱਤਰ ਕਰਨ ਦੇ ਨਾਮ ਨਾਲ ਮਸ਼ਹੂਰ ਹੋਇਆ। ਸ਼ਾਸਤਰ ਵਿਦਿਆ ਇਸ ਨੇ ਗੁਰੂ ਦਰੋਣ ਅਤੇ ਭ੍ਰਿਗੂਵੰਸ਼ੀ ਪਰਸ਼ੁਰਾਮ ਤੋਂ ਪ੍ਰਾਪਤ ਕੀਤੀ। ਸਮੇਂ ਅਨੁਸਾਰ ਕੁੰਤੀ ਦਾ ਵਿਆਹ ਮਹਾਰਾਜਾ ਪਾਂਡੂ ਨਾਲ ਹੋਇਆ। ਹਨੀਮੂਨ ਮਨਾਉਣ ਕੁੰਤੀ ਅਤੇ ਮਾਦਰੀ ਸਮੇਤ ਪਾਂਡੂ ਜੰਗਲ 'ਚ ਗਏ ਤਾਂ ਗਲਤੀ ਨਾਲ ਹਰਨੀ ਦੇ ਭੁਲੇਖੇ ਕਾਮ ਵਾਸਨਾ 'ਚ ਗਲਤਾਨ ਰਿਖਣੀ ਇਸ ਦੇ ਤੀਰ ਨਾਲ ਮਾਰੇ ਗਏ। ਪਾਂਡੂ ਗਲਤੀ ਮੰਨਣ ਲਈ ਉਹਨਾਂ ਕੋਲ ਪਹੁੰਚਿਆ ਤਾਂ ਉਹਨਾਂ ਸ਼ਰਾਪ ਦਿੱਤਾ ਕਿ ਜਿੱਦਾਂ ਅਸਾਂ ਨੂੰ ਕਾਮ ਕਲੋਲ ਕਰਦਿਆਂ ਤੈਂ ਤੀਰ ਮਾਰ ਕੇ ਮਾਰ ਦਿੱਤਾ, ਇਸੇ ਤਰ੍ਹਾਂ ਜਦ ਤੂੰ ਆਪਣੀ ਪਤਨੀ ਕੋਲ ਕਾਮ ਵਾਸਨਾ ਨਾਲ ਜਾਏਗਾ ਤਾਂ ਤੇਰੀ ਮੌਤ ਹੋ ਜਾਵੇਗੀ। ਇੰਜ ਕਹਿ ਕੇ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਅਜੇ ਸੰਤਾਨ ਨਹੀਂ ਹੋਈ ਸੀ। ਪਾਂਡੂ ਨੂੰ ਸ਼ਰਾਪ ਹੋਇਆ, ਪਤਨੀ ਕੋਲ ਜਾਏਗਾ ਤਾਂ ਮੌਤ ਹੋ ਜਾਏਗੀ। ਇਸ ਕਾਰਨ ਪਾਂਡੂ ਦੇ ਵਾਰ-ਵਾਰ ਕਹਿਣ 'ਤੇ ਕੁੰਤੀ ਨੇ ਦੇਵਤਿਆਂ ਨੂੰ ਸੱਦ ਕੇ ਇਸ ਪ੍ਰਕਾਰ ਸੰਤਾਨ ਪੈਦਾ ਕਰਵਾਈ। ਧਰਮਰਾਜ ਤੋਂ ਯੁਧਿਸ਼ਟਰ ਪੈਦਾ ਹੋਇਆ। ਯਮਰਾਜ ਤੋਂ ਭੀਮ ਪੈਦਾ ਹੋਇਆ। ਦੇਵਰਾਜ ਇੰਦਰ ਤੋਂ ਅਰਜਨ ਪੈਦਾ ਹੋਇਆ ਅਤੇ ਪਾਂਡੂ ਦੇ ਕਹਿਣ 'ਤੇ ਕੁੰਤੀ ਨੇ ਦੇਵਤਿਆਂ ਨੂੰ ਸੱਦਿਆ ਤੇ ਮਾਦਰੀ ਤੋਂ 2 ਪੁੱਤਰ ਹੋਏ। ਅਸ਼ਵਨੀ ਕੁਮਾਰ ਜੋ ਦੇਵਤਿਆਂ ਦਾ ਵੈਦ ਹੈ, ਉਸ ਤੋਂ ਮਾਦਰੀ ਤੋਂ ਨਕੁਲ ਅਤੇ ਸਹਿਦੇਵ ਜੋੜੇ ਜਨਮੇ। ਇਸ ਪਿੱਛੋਂ ਇੱਕ ਦਿਨ ਪਾਂਡਵ ਮਾਦਰੀ ਕੋਲ ਗਿਆ ਤਾਂ ਸ਼ਰਾਪ ਅਨੁਸਾਰ ਉਸ ਦੀ ਮੌਤ ਹੋ ਗਈ। ਮਾਦਰੀ ਪੁੱਤਰਾਂ ਨੂੰ ਕੁੰਤੀ ਹਵਾਲੇ ਕਰਕੇ ਪਤੀ ਨਾਲ ਸਤੀ ਹੋ ਗਈ। ਇਸੇ ਕਾਰਨ 5 ਕੁੰਤੀ ਪੁੱਤਰ ਪਾਂਡਵ ਅਖਵਾਏ। ਕੌਰਵਾਂ ਨੇ ਪਾਂਡਵਾਂ ਤੋਂ ਰਾਜ ਹਥਿਆਉਣ ਲਈ ਲਾਖ ਦੇ ਮਹਿਲ ਵਿੱਚ ਸਾੜ ਦੇਣ ਦੀ ਕੋਸ਼ਿਸ਼ ਕੀਤੀ। ਵਿਦਰ ਦੀ ਦਿੱਤੀ ਤਰਤੀਬ ਅਨੁਸਾਰ ਪਾਂਡੂ ਬਚ ਕੇ ਰੂਪੋਸ਼ ਹੋ ਗਏ। ਜਦੋਂ ਦ੍ਰੋਪਦੀ ਦਾ ਸਵੰਬਰ ਜਿੱਤਿਆ ਤਾਂ ਕੌਰਵਾਂ ਨੂੰ ਪਾਂਡਵਾਂ ਦੇ ਜਿੰਦਾ ਹੋਣ ਦਾ ਪਤਾ ਲੱਗਾ। ਭੀਸ਼ਮ ਪਿਤਾਮਹ, ਦਰੋਣਾਚਾਰੀਆ ਅਤੇ ਵਿਦਰ ਆਦਿ ਦੀ ਸਹਿਮਤੀ ਨਾਲ ਪਾਂਡਵਾਂ ਨੂੰ ਅੱਧਾ ਰਾਜ ਵੰਡ ਕੇ ਦਿੱਤਾ ਗਿਆ। ਖਾਂਡਵ ਬਾਣ 'ਚ ਇੱਕ ਨਗਰ ਵਸਾਇਆ ਜਿਸ ਦਾ ਨਾਮ ਇੰਦਰਪ੍ਰਸਥ ਰੱਖਿਆ ਤੇ ਇੱਥੇ ਇੰਦਰਪ੍ਰਸਥ 'ਚ ਆਪਣੀ ਰਾਜਧਾਨੀ ਬਣਾ ਕੇ ਪਾਂਡਵ ਰਾਜ ਕਰਨ ਲੱਗੇ। ਰਾਜ ਭਾਗ ਦੀ ਖੁਸ਼ੀ 'ਚ ਪਾਂਡਵ ਅਸਮੇਧ ਯੱਗ ਕਰਨ ਲੱਗੇ। ਕ੍ਰਿਸ਼ਨ ਜੀ ਤੋਂ ਸਹਿਮਤੀ ਲਈ ਤਾਂ ਉਸ ਨੇ ਕਿਹਾ, ਤੁਸਾਂ ਦਾ ਪਿਤਾ ਅਵਗਤ ਰਿਖੀ ਦੇ ਸ਼ਰਾਪ ਕਾਰਨ ਮਰਿਆ, ਉਸ ਦੀ ਗਤੀ ਨਹੀਂ ਹੋਈ। ਜੋ ਸੱਪ ਲੜ ਕੇ ਮਰੇ, ਜੋ ਸ਼ਰਾਪ ਕਾਰਨ ਮਰੇ, ਜੋ ਅਸਮਾਨੀ ਬਿਜਲੀ ਨਾਲ ਮਰੇ, ਜੋ ਆਤਮ ਹੱਤਿਆ ਕਰਕੇ ਮਰੇ, ਇਹਨਾਂ ਚੌਹਾਂ ਦੀ ਗਤੀ ਖੁਦ ਬਖੁਦ ਨਹੀਂ ਹੁੰਦੀ। ਜਿੰਨਾ ਚਿਰ ਗਤੀ ਨਹੀਂ ਹੁੰਦੀ ਓਨਾ ਚਿਰ ਘਰ 'ਚ ਕੋਈ ਵੀ ਸ਼ੁਭ ਕਾਰਜ ਕਰਨਾ ਮਨ੍ਹਾ ਹੈ। ਪਹਿਲੇ ਪਿੱਤਰਾਂ ਦੇ ਨਾਮ 'ਤੇ ਪਿਤਰੇਸ਼ਟੀ ਯੱਗ ਕਰਾ ਕੇ ਮਹਾਰਾਜਾ ਪਾਂਡਵ ਦੀ ਗਤੀ ਕਰਾਓ, ਫਿਰ ਤੁਸੀਂ ਅਸਮੇਧ ਯੱਗ ਕਰ ਸਕਦੇ ਹੋ। ਪਾਂਡਵਾਂ ਨੇ ਕਿਹਾ ਕਿਵੇਂ ਪਤਾ ਨਾ ਲੱਗੇਗਾ ਕਿ ਸਾਡੇ ਪਿਤਾ ਪਾਂਡਵ ਦੀ ਗਤੀ ਹੋ ਗਈ ਹੈ। ਤਾਂ ਜੱਗ ਕਰਾਉਣ ਵਾਲੇ ਰਿਖੀਆਂ ਮੁਨੀਆਂ ਨੇ ਕਿਹਾ, ਜੱਗ ਮੰਡਪ ਵਿੱਚ ਇੱਕ ਚੌਂਕੀ ਰੱਖੋ, ਉੱਪਰ ਇੱਕ
ਪੰਜ ਜੀਭਾ ਸੰਖ ਰੱਖੋ। ਜਦੋਂ ਮਹਾਰਾਜਾ ਪਾਂਡਵ ਨਰਕਾਂ ਵਿੱਚੋਂ ਨਿਕਲ ਕੇ ਸਵਰਗ ਵਿੱਚ ਜਾਵੇਗਾ ਤਾਂ ਸਵਰਗ ਆਗਮਨ ਦੀ ਖੁਸ਼ੀ ਵਿੱਚ ਸਵਰਗੀ ਦੇਵਤੇ ਇੰਦਰ ਆਦਿ ਉਸ ਦੇ ਸਤਿਕਾਰ ਵਜੋਂ ਸੰਖ ਪੂਰਨਗੇ। ਉਸੇ ਪੂਰ ਰਹੇ ਸੰਖ ਦੀ ਆਵਾਜ਼ ਤੁਸਾਂ ਦੇ ਸੰਖ 'ਚ ਪ੍ਰਵੇਸ਼ ਕਰੇਗੀ ਤਾਂ ਇਹ ਸੰਖ ਵੱਜੇਗਾ ਤਾਂ ਪਾਂਡਵ ਦੀ ਗਤੀ ਹੋ ਜਾਵੇਗੀ ਤੇ ਜੱਗ ਸੰਪੂਰਨ ਸਮਝਿਆ ਜਾਵੇਗਾ। ਅਜਿਹਾ ਹੀ ਕੀਤਾ ਗਿਆ। ਜੱਗ ਆਰੰਭ ਹੋ ਗਿਆ। ਜੱਗ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਕੇ ਜੱਗ ਸਮਾਪਤ ਹੋਇਆ, ਪਰ ਸੰਖ ਨਾ ਵੱਜਿਆ। ਕ੍ਰਿਸ਼ਨ ਨੂੰ ਪੁੱਛਿਆ। ਉਸ ਕਿਹਾ, ਜਿਸ ਰਿਖੀ ਨੇ ਜੱਗ ਦੀ ਸੰਪੂਰਤਾ ਕਰਨੀ ਸੀ ਉਸ ਨੂੰ ਤਾਂ ਤੁਸੀਂ ਜੱਗ 'ਚ ਸੱਦਿਆ ਹੀ ਨਹੀਂ। ਪਾਂਡਵਾਂ ਕਿਹਾ, ਕਿਹੜਾ ਰਿਖੀ? ਕ੍ਰਿਸ਼ਨ ਨੇ ਕਿਹਾ, ਵਾਲਮੀਕ ਜੀ। ਪਾਂਡਵ ਨੇ ਹੰਕਾਰਮਈ ਲਹਿਜੇ 'ਚ ਕਿਹਾ, ਮਹਾਰਾਜੇ ਯੁਧਿਸ਼ਠਿਰ ਦੇ ਜੱਗ 'ਚ ਸੱਦੇ ਤੇ ਰਿਖੀ ਅਵੱਸ਼ ਆਵੇਗਾ। ਅਹਿਲਕਾਰ ਨੂੰ ਭੇਜਿਆ। ਉਸਨੇ ਜਾ ਕੇ ਕਿਹਾ, ਇੰਦਰਪ੍ਰਸਥ ਦੇ ਮਹਾਰਾਜਾ ਯੁਧਿਸ਼ਠਿਰ ਦੇ ਜੱਗ 'ਚ ਆਪ ਨੂੰ ਨਿਉਂਦਾ ਦਿੱਤਾ ਜਾਂਦਾ ਹੈ। ਜਵਾਬ ਮਿਲਿਆ, ਅਸੰਵਰਤੀਆਂ ਦਾ ਮਹਾਰਾਜਿਆਂ ਦੇ ਜੱਗਾਂ ਨਾਲ ਕੀ ਸੰਬੰਧ? ਅਹਿਲਕਾਰ ਨੇ ਜਦੋਂ ਆ ਕੇ ਦੱਸਿਆ ਤਾਂ ਕ੍ਰਿਸ਼ਨ ਨੇ ਕਿਹਾ, ਪੰਜੇ ਜਣੇ ਜਾਵੋ ਤੇ ਬੜੇ ਪਿਆਰ ਸਤਿਕਾਰ ਨਾਲ ਉਸ ਨੂੰ ਲੈ ਕੇ ਆਵੋ। ਜਦੋਂ ਪੰਜੇ ਗਏ ਤੇ ਬੜੇ ਹੀ ਟਰੰਮੇ ਨਾਲ ਕਿਹਾ ਤਾਂ ਬੁੱਧੀ ਪਰਖਣ ਹਿੱਤ ਭਗਵਾਨ ਵਾਲਮੀਕ ਜੀ ਨੇ ਕਿਹਾ, ਦਸ਼ਣਾ ਵਿੱਚ 101 ਅਕੋਤਰ 100 ਜੱਗ ਦਾ ਫਲ ਦੇਵੋਗੇ ਤਾਂ ਨਿਉਂਦਾ ਪ੍ਰਵਾਨ ਕਰਾਂਗਾ। ਇਹ ਕਹਿ ਕੇ ਪਾਂਡਵ ਮੁੜ ਆਏ ਕਿ ਅਸਾਂ ਦਾ ਤਾਂ ਇੱਕ ਜੱਗ ਸੰਪੂਰਨ ਨਹੀਂ ਹੋ ਰਿਹਾ, ਅਕੋਤਰ 100 ਜੱਗ ਦਾ ਫਲ ਕਿੱਥੋਂ ਦੇਵਾਂਗੇ। ਵਾਪਸ ਆ ਕੇ ਕ੍ਰਿਸ਼ਨ ਨੂੰ ਦੱਸ ਹੀ ਰਹੇ ਸੀ ਕਿ ਅਚਾਨਕ ਉੱਥੇ ਦ੍ਰੋਪਦੀ ਆ ਗਈ। ਸਾਰੀ ਗੱਲ ਸੁਣ ਕੇ ਦ੍ਰੋਪਦੀ ਨੇ ਕਿਹਾ, ਮੈਂ ਇਕੱਲੀ ਜਾ ਕੇ ਲੈ ਆਉਂਦੀ ਹਾਂ। ਪਾਂਡਵ ਦ੍ਰੋਪਦੀ ਨੂੰ ਭੇਜਣ ਲਈ ਤਿਆਰ ਨਹੀਂ ਸੀ, ਪਰ ਕ੍ਰਿਸ਼ਨ ਜੀ ਦੇ ਕਹਿਣ 'ਤੇ ਦ੍ਰੋਪਦੀ ਨੂੰ ਜਾਣ ਦੀ ਆਗਿਆ ਮਿਲ ਗਈ। ਦ੍ਰੋਪਦੀ ਨੇ ਗਰੀਬਾਂ ਵਾਂਗ ਸਧਾਰਨ ਕੱਪੜੇ ਪਾਏ, ਨੰਗੇ ਪੈਰੀਂ ਸ਼ਰਧਾਵਾਨ ਹੋ ਕੇ ਤੁਰ ਪਈ। ਪਹੁੰਚ ਕੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਇੰਜ ਕੀਤੀ, ਗਲ ਵਿੱਚ ਪਾ ਕੇ ਪੱਲੂ ਕਰਕੇ ਮਨ ਏਕਾਗਰ ਤੇ ਸੀ ਜਦ ਇੱਕ ਮਨ ਹੋ ਕੇ ਉਹਨੇ ਹਰ ਜਗ ਜਾਰੀ। ਜੇਕਰ ਕੀੜੀ ਬਣ ਕੇ ਥੰਮ ਦੇ ਉੱਪਰ ਤੁਰਦਾ ਨਾ, ਤੈਨੂੰ ਕਿਨਸੀ ਕਹਿਣਾ ਨਰਸਿੰਘ ਦਾ ਅਵਤਾਰੀ। ਉਦੋਂ ਹੋਈ ਵਿਆਕਲ ਰੋ ਰੋ ਹੋ ਕੇ ਭਰਦੀ ਸੀ, ਜਦੋਂ ਰਥ ਦੇ ਵਿੱਚੋਂ ਲਛਮਣ ਨੇ ਉਤਾਰੀ। ਉਦੋਂ ਸੁਣ ਕੇ ਦੁੱਖੜੇ ਤੁਸੀਂ ਜੇ ਪਹੁੰਚੇ ਆਣ ਕੇ, ਜਦੋਂ ਸੀਤਾ ਉੱਤੇ ਪਿਆ ਕਸਟ ਸੀ ਭਾਰੀ। ਉਦੋਂ ਕੱਟ ਕੇ ਬੰਧਨ ਤੈਂ ਆਜ਼ਾਦ ਹੈ ਕੀਤਾ ਸੀ, ਜਦੋਂ ਹਾਥੀ ਨੇ ਸੀ ਇੱਕ ਮਨ ਅਰਜ ਗੁਜ਼ਾਰੀ। ਉਦੋਂ ਉੱਚੀ ਉੱਚੀ ਰੱਟ ਲਗਾਈ ਨਰੈਣ ਦੀ, ਜਦੋਂ ਬਣ ਕੇ ਪਹੁੰਚੇ ਦੁਖੀਆਂ ਦੇ ਦਿਲਦਾਰੀ। ਕੱਟੇ ਪਾਪ ਤੇ ਰਸਤਾ ਸਾਫ਼ ਹੋ ਗਿਆ ਸੁਰਗਾਂ ਦਾ, ਜਦੋਂ ਗਨਕਾ ਕਹਿੰਦੀ ਤੋਤਾ ਰਾਮ ਉਚਾਰੀ। ਹਰਨੀ ਕਰਦੀ ਅਰਜਾਂ ਮੈਂ ਹਾਂ ਬੇਬਸ ਮਾਲਕਾ, ਉਦੋਂ ਹਰਨੀ ਦੀ ਤੈਂ ਆਪੇ ਪੈਜ ਸਵਾਰੀ। ਜਦੋਂ ਬੇਬਲ ਹੋ ਗਿਆ ਸੀਗਾ ਸ਼ਿਕਾਰੀ ਜੰਗਲਾਂ 'ਚ, ਉਦੋਂ ਬਣ ਕੇ ਆਇਆ ਤੂੰ ਚਤੁਰਭੁਜ ਧਾਰੀ। ਬਣ ਕੇ ਬਾਵਨ ਸੀ ਜਦ ਬਲਰਾਜੇ ਕੋਲ ਆ ਗਿਆ, ਉਦੋਂ ਜਾਂਦਾ ਸੀ ਤੂੰ ਚਾਰੇ ਵੇਦ ਉਚਾਰੀ। ਜੀਭਾ ਇੱਕ ਕਰੇ ਕੀ ਬਿਆਨ ਤੇਰੇ ਗੁਣ ਬਹੁਤੇ ਨੇ, ਉਸਤਤ ਕਰਦੀ ਕਰਦੀ ਮੇਰੀ ਜੀਭਾ ਹਾਰੀ। ਹੁਣ ਤਾਂ ਕਿਰਪਾ ਕਰਕੇ ਸੁਣ ਲਓ ਦਾਤਾ ਸਾਡੀ ਵੀ, ਸਿੰਘ ਬਲਵੀਰ ਮੈਂ ਜਾਵਾਂ ਸਤਿਗੁਰ ਤੋਂ ਬਲਖਾਰੀ। ਸਿੰਘ ਬਲਵੀਰ ਮੈਂ ਜਾਵਾਂ ਸਤਿਗੁਰ ਤੋਂ ਬਲਖਾਰੀ। ਇਹ ਕਲੀ ਛੰਦ ਹੈ। ਜਦੋਂ ਦ੍ਰੋਪਦੀ ਨੰਗੇ ਪੈਰੀਂ ਤੁਰ ਕੇ ਸ਼ਰਧਾਵਾਨ ਹੋ ਕੇ ਭਗਵਾਨ ਵਾਲਮੀਕ ਜੀ ਦੇ ਆਸ਼ਰਮ ਪਹੁੰਚੀ
ਤਾਂ ਉਸਨੇ ਜਾ ਕੇ ਕਿਹਾ, ਅਸਾਂ ਗਰੀਬਾਂ ਦੇ ਜੱਗ ਦਾ ਨਿਉਂਦਾ ਪ੍ਰਵਾਨ ਕਰੋ ਜੀ। ਭਗਵਾਨ ਵਾਲਮੀਕ ਜੀ ਨੇ ਕਿਹਾ, ਪੁੱਤਰੀ, ਅਕੋਤਰ ਸੌ ਅਸਮੇਧ ਜੱਗ ਦਾ ਫਲ ਦਸ਼ਣਾ ਵਿੱਚ ਦਵੋਗੇ ਤਾਂ ਤੁਸਾਂ ਦਾ ਜੱਗ ਪ੍ਰਵਾਨ ਕਰਾਂਗਾ, ਤਾਂ ਤੁਸਾਂ ਦਾ ਨੀਂਦਾ ਪ੍ਰਵਾਨ ਕਰਾਂਗਾ। ਤਾਂ ਦ੍ਰੋਪਦੀ ਦੀ ਜੋ ਬੁੱਧੀ ਸੀ ਉਹ ਸੁਤੰਤਰ ਸੀ। ਉਸ ਨੇ ਜੋ ਕਿਹਾ, ਪਹਿਲੇ ਉਸ ਕਹੇ ਦੇ ਪ੍ਰਥਾਈ ਭਾਈ ਗੁਰਦਾਸ ਜੀ ਦਾ ਕਵਿਤ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਅੱਗੇ ਹੋਤ ਲੀਤ ਹੈ, ਏਕ ਬਾਰ ਸਤ ਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਦੇਤ ਹੈ, ਭਾਵਨੀ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ, ਭਾਵਨੀ ਜਗ ਭਗਤ ਭਾਏ, ਭਾਵਨੀ ਭਗਤ ਭਾਏ, ਕੌਡੀ ਅਗਰ ਭਾਗ ਰਾਖੇ, ਤਾਹੀਂ ਗੁਰ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਦ੍ਰੋਪਦੀ ਦੀ ਬੁੱਧੀ ਸੁਤੰਤਰ ਸੀ, ਕਿਉਂਕਿ ਉਹ ਬਚਪਨ ਵਿੱਚ ਸੰਤਾਂ ਦੀ ਸੇਵਾ ਕਰਦੀ ਸੀ। ਇਸ ਕਰਕੇ ਉਸਨੂੰ ਗਿਆਨ ਸੀ। ਉਸਨੇ ਬਹੁਤ ਹੀ ਠਰਮੇ ਨਾਲ ਕਿਹਾ, ਮੈਂ ਸ਼ਰਧਾ ਰੱਖ ਕੇ ਆਪ ਜੀ ਦੇ ਦਰਬਾਰ ਵਿੱਚ ਨੰਗੇ ਪੈਰੀਂ ਆਪ ਦੀ ਸ਼ਰਨ ਆਈ ਹਾਂ। ਜਿੰਨੇ ਕਦਮ ਚੱਲ ਕੇ ਆਪ ਜੀ ਦੇ ਦਰਬਾਰ ਵਿੱਚ ਆਈ ਹਾਂ, ਉਹਨਾਂ ਕਦਮਾਂ ਵਿੱਚੋਂ ਅਕੋਤਰ 100 ਕਦਮ ਦਾ ਫਲ ਆਪ ਰੱਖ ਕੇ ਬਾਕੀ ਦਾ ਫਲ ਮੇਰੀ ਝੋਲੀ ਵਿੱਚ ਪਾ ਦਿਓ। ਇੰਜ ਕਹਿੰਦਿਆਂ ਸਾਰ ਨਾਲ ਹੀ ਦ੍ਰੋਪਦੀ ਨੇ ਆਪਣੀ ਖਾਲੀ ਝੋਲੀ ਫੈਲਾ ਦਿੱਤੀ। ਬਸ ਫਿਰ ਕੀ ਸੀ, ਨਿਉਂਦਾ ਪ੍ਰਵਾਨ ਹੋ ਗਿਆ। ਤਾਂ ਦ੍ਰੋਪਦੀ ਆਈ, ਭਗਵਾਨ ਵਾਲਮੀਕ ਜੀ ਜੱਗ ਵਿੱਚ ਆਏ। ਦ੍ਰੋਪਦੀ ਨੇ 36 ਪ੍ਰਕਾਰ ਦੇ ਪਕਵਾਨ ਤਿਆਰ ਕਰਕੇ ਪਰੋਸ ਕੇ ਭਗਵਾਨ ਵਾਲਮੀਕ ਜੀ ਅੱਗੇ ਰੱਖੇ। ਭਗਵਾਨ ਵਾਲਮੀਕ ਜੀ ਨੇ ਸੋਚਿਆ, ਕੀ ਜਾਣੀਏ ਅਕਾਲ ਪੁਰਖ ਨੂੰ ਇਹਨਾਂ 36 ਵਿੱਚੋਂ ਕਿਹੜਾ ਪਦਾਰਥ ਪਸੰਦ ਹੋਵੇ। ਇਸ ਕਰਕੇ ਉਹਨੇ 36 ਵਿੱਚੋਂ ਥੋੜ੍ਹਾ ਥੋੜ੍ਹਾ ਚੱਕ ਕੇ ਇੱਕ ਥਾਂ ਇਕੱਠੇ ਕਰਨੇ ਸ਼ੁਰੂ ਕੀਤੇ। ਤਿਉਂ ਹੀ ਦ੍ਰੋਪਦੀ ਦੇ ਮਨ ਵਿੱਚ ਆਏ ਵੀ ਗ੍ਰਸਤੀਆਂ ਦੇ ਖਾਣੇ ਦਾ ਸਵਾਦ ਵਿਰਕਤੀ ਲੋਕ ਕੀ ਜਾਣਨ। ਭਗਵਾਨ ਵਾਲਮੀਕ ਜੀ ਨੇ ਜਦੋਂ 36 ਪ੍ਰਕਾਰ ਦੇ ਪਦਾਰਥ ਇਕੱਠੇ ਕਰਕੇ ਅਕਾਲ ਪੁਰਖ ਨੂੰ ਭੋਗ ਲਵਾਇਆ ਤਾਂ ਅਕਾਲ ਪੁਰਖ ਨੇ ਇਹ ਭੋਗ ਪ੍ਰਵਾਨ ਕਰ ਲਿਆ ਤਾਂ ਸ਼ੰਖ ਵੱਜਿਆ। ਪਰ ਦ੍ਰੋਪਦੀ ਦੇ ਇੰਜ ਸੋਚਣ 'ਤੇ ਕਿ ਵਿਰਕਤੀ ਗ੍ਰਸਤੀਆਂ ਦੇ ਪਕਵਾਨ ਦਾ ਸਵਾਦ ਕੀ ਜਾਣਨ ਦੇ ਕਾਰਨ ਸ਼ੰਖ ਵਿੱਚੋਂ ਲੰਮੀਆਂ ਲੰਮੀਆਂ 2 ਆਵਾਜ਼ਾਂ ਆਈਆਂ ਅਤੇ ਇੱਕ ਉਹਨਾਂ ਤੋਂ ਅੱਧੀ ਆਈ। ਭਾਈ 2.5 ਹੀ ਆਵਾਜ਼ਾਂ ਆਈਆਂ। ਇਸ ਪ੍ਰਕਾਰ ਜੱਗ ਸੰਪੂਰਨ ਹੋ ਗਿਆ। ਜੱਗ ਸੰਪੂਰਨ ਹੋ ਗਿਆ ਅਤੇ ਮਹਾਰਾਜਾ ਪਾਂਡਵ ਦੀ ਗਤੀ ਹੋ ਗਈ ਅਤੇ ਉਸ ਸਮੇਂ ਸਾਰਾ ਵਾਤਾਵਰਣ ਪ੍ਰਸੰਨ ਹੋ ਗਿਆ। ਸਾਰਾ ਵਾਤਾਵਰਣ ਦੀ ਪਾਂਡਵਾਂ ਨੇ ਜੋ ਤਸਵੀਰ ਖਿੱਚ ਕੇ ਪੇਸ਼ ਕੀਤੀ ਭਗਵਾਨ ਵਾਲਮੀਕ ਜੀ ਦੀ ਸ਼ਲਾਘਾ ਵਿੱਚ, ਉਸ ਨੂੰ ਦਵੈਆ ਛੰਦ ਵਿੱਚ ਪੇਸ਼ ਕੀਤਾ ਜਾਂਦਾ ਹੈ। ਦਵੈਆ ਛੰਦ। ਖਿੜਿਆ ਫੁੱਲ ਹੈ ਬਾਗ ਦੇ ਅੰਦਰ, ਲੈਂਦਾ ਏ ਅਜਬ ਨਜ਼ਾਰੇ, ਖੁਸ਼ੀਆਂ ਦੇ ਵਿੱਚ ਪੌਦਾ ਝੂਮੇ, ਕਲੀਆਂ ਫਨ ਕਲਾਰੇ, ਪੰਖੜੀਆਂ ਨੇ ਕਿਕਲੀ ਪਾਈ, ਬੁਲਬੁਲ ਰਾਗ ਸੁਣਾਉਂਦਾ, ਵਾਲਮੀਕ ਤੇਰੀ ਮਹਿਮਾ ਦਾ ਭੇਦ ਨਹੀਂ ਕੋਈ ਆਉਂਦਾ, ਬਾਗਾਂ ਦੇ ਵਿੱਚ ਕੋਲ ਖੁਸ਼ੀ ਨਾਲ ਮਿੱਠੇ ਰਾਗ ਅਲਾਪੇ, ਦਰਸ਼ਕ ਦੇਖ ਦੇਖ ਖੁਸ਼ ਹੁੰਦੇ, ਮਾਲੀ ਵੀ ਖੁਸ਼ ਜਾਪੇ, ਕੇਲਾ ਸੰਤਰਾ ਮਾਲਟ ਨੱਚਣ, ਅੰਬ ਹੈ ਤਾਲ ਵਜਾਉਂਦਾ, ਵਾਲਮੀਕ ਤੇਰੀ ਮਹਿਮਾ ਦਾ ਭੇਦ ਨਹੀਂ ਕੋਈ ਆਉਂਦਾ, ਖੁਸ਼ੀਆਂ ਦੇ ਅੱਜ ਖੇੜੇ ਆਏ, ਤਾਈਓ ਹੀ ਨੇ ਖੁਸ਼ ਸਾਰੇ, ਤੇਰ ਮੇਰ ਦਾ ਭਰਮ ਨ ਕੋਈ, ਊਚ ਨ ਨੀਚ ਪਕਾਰੇ,
ਪਸ ਪੰਖੀ ਖੁਸ਼ੀਆਂ ਵਿੱਚ ਚੈਕਣ, ਕੌਣ ਨਾ ਭੰਗੜਾ ਪਾਉਂਦਾ। ਵਾਲਮੀਕ ਤੇਰੀ ਮਹਿਮਾ ਦਾ ਭੇਦ ਨਹੀਂ ਕੋਈ ਆਉਂਦਾ। ਸਿੰਧ ਪਿਆ ਖੁਸ਼ੀਆਂ ਵਿੱਚ ਉਛਲੇ, ਉਗਲੇ ਮੋਤੀ ਹੀਰੇ। ਬਨਸਪਤੀ ਖੁਸ਼ੀਆਂ ਵਿੱਚ ਝਿਲਮਿਲ ਕਰਦੀ, ਬੋਲੇ ਧੀਰੇ ਧੀਰੇ। ਸਾਫ ਰਾਤ ਤੇ ਠੀਕ ਚੰਦਰਮਾ, ਚਕੋਰ ਦਾ ਚਿੱਤ ਪਰਚਾਉਂਦਾ। ਵਾਲਮੀਕ ਤੇਰੀ ਮਹਿਮਾ ਦਾ ਭੇਦ ਨਹੀਂ ਕੋਈ ਆਉਂਦਾ। ਦਸੇ ਦਸਾਵਾਂ ਝਿਲਮਿਲ ਝਿਲਮਿਲ, ਸਭ ਜਗ ਖੁਸ਼ੀਆਂ ਖਿੜਿਆ। ਪਾਪੀਆਂ ਦੇ ਹੈ ਦਿਲ ਵੀ ਡੋਲੇ, ਪੱਥਰ ਮਨ ਵੀ ਗਿੜਿਆ। ਸ਼ਿਵ ਬ੍ਰਹਮਾ ਵਿਸ਼ਨੂੰ ਦੇਵਤੇ, ਇੰਦਰ ਹੈ ਫੁੱਲ ਵਰਸਾਉਂਦਾ। ਵਾਲਮੀਕ ਤੇਰੀ ਮਹਿਮਾ ਦਾ ਭੇਦ ਨਹੀਂ ਕੋਈ ਆਉਂਦਾ। ਦਿਲ ਦੀਆਂ ਸਦਰਾਂ ਪੂਰੀਆਂ ਹੋਈਆਂ, ਹਿਰਦੇ ਵਿੱਚ ਆਜ਼ਾਦੀ। ਹੁਣ ਤਾਂ ਸਾਰੇ ਹੈ ਦੁੱਖ ਟੁੱਟ ਗਏ, ਘਰ ਘਰ ਦੇ ਵਿੱਚ ਸ਼ਾਦੀ। ਪਿੰਗਲਾ ਹੈ ਪਰਬਤ ਤੇ ਚੜ ਗਿਆ, ਗੁੰਗਾ ਅਰਥ ਸੁਣਾਉਂਦਾ। ਵਾਲਮੀਕ ਤੇਰੀ ਮਹਿਮਾ ਦਾ ਭੇਦ ਨਹੀਂ ਕੋਈ ਆਉਂਦਾ। ਸੰਤਾਂ ਭਗਤਾਂ ਰਿਖੀਆਂ ਮੁਨੀਆਂ, ਮਨ ਵਿੱਚ ਆਏ ਖੇੜੇ। ਬਚਨ ਹੈ ਪੁੰਗਰੇ ਸੰਤਾਂ ਵਾਲੇ, ਹਿਰਦੇ ਵਿੱਚ ਸੀ ਜਿਹੜੇ। ਜ਼ਾਲਮ ਦਾ ਹੁਣ ਰਾਜ ਨਹੀਂ ਰਹਿਣਾ, ਜੋ ਹੈ ਜ਼ੁਲਮ ਕਮਾਉਂਦਾ। ਵਾਹ ਕਾਦਰ ਤੇਰੀ ਕੁਦਰਤ ਦਾ ਭੇਦ ਨਹੀਂ ਕੋਈ ਆਉਂਦਾ। ਵਾਲਮੀਕ ਤੇਰੀ ਮਹਿਮਾ ਦਾ ਭੇਦ ਨਹੀਂ ਕੋਈ ਆਉਂਦਾ। ਗੈਬੀ ਸ਼ਕਤੀ ਧੁਰ ਦਰਗਾਹੋਂ, ਵਿੱਚ ਦੁਨੀਆ ਦੇ ਆਈ। ਧੂਏਂ ਦੇ ਉੱਡ ਗਏ ਨੇ ਬੱਦਲ, ਹੋ ਗਈ ਹੈ ਰੁਸ਼ਨਾਈ। ਸਿੰਘ ਬਲਵੀਰ ਸਦਰਾਂ ਦੀ ਕਵਿਤਾ, ਫੜ ਕੇ ਕਲਮ ਬਣਾਉਂਦਾ। ਵਾਲਮੀਕ ਤੇਰੀ ਮਹਿਮਾ ਦਾ ਭੇਦ ਨਹੀਂ ਕੋਈ ਆਉਂਦਾ। ਵਾਹ ਕਾਦਰ ਤੇਰੀ ਕੁਦਰਤ ਦਾ ਭੇਦ ਨਹੀਂ ਕੋਈ ਆਉਂਦਾ। ਇਸ ਤਰ੍ਹਾਂ ਕਰਕੇ ਜੱਗ ਸੰਪੂਰਨ ਹੋ ਗਿਆ। ਅਗਲੀ ਕਿਸ਼ਤ ਵਿੱਚ ਤੀਜੇ ਵਾਲਮੀਕ ਜੀ ਜੋ ਭਾਈ ਗੁਰਦਾਸ ਦੀ ਵਾਰ ਵਿੱਚ ਹੈ, ਉਹਨਾਂ ਬਾਰੇ ਵਿਸਥਾਰਪੂਰਵਕ ਦੱਸਿਆ ਜਾਵੇਗਾ। ਇਸ ਸਮੇਂ ਇੱਥੇ ਸਮਾਪਤੀ ਹੈ। ਜੋ ਬੋਲੇ ਸੋ ਨਿਰਭੈ ਹੈ। ਪ੍ਰਭੂ ਵਾਲਮੀਕ ਭਗਵਾਨ ਕੀ ਜੈ।